ਸਜੇ ਹੋਏ ਦੀਵਾਨਾਂ ਵਿੱਚ ਸੋਧਾ ਰਹਿਰਾਸ ਸਾਹਿਬ ਦੇ ਪਾਠ ਔਰ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਮਨ ਬਿਰਤੀਆਂ ਨੂੰ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੋੜੀਏ। ਇਕਾਗਰ ਚਿੱਤ ਹੋ ਕੇ ਗੁਰੂ ਸਾਹਿਬ ਦਾ ਪਾਵਨ ਇਤਿਹਾਸ ਸਰਵਣ ਕਰੀਏ। ਜਦੋਂ ਬਾਦਸ਼ਾਹ ਜਹਾਂਗੀਰ ਨੇ ਦੁਸ਼ਟਾਂ ਦੇ ਆਖੇ ਲੱਗ ਕੇ ਗੁਰੂ ਮਹਾਰਾਜ ਨੂੰ ਲਾਹੌਰ ਸੱਦ ਲਿਆ ਤੇ ਉਸ ਵੇਲੇ ਸਤਿਗੁਰੂ ਜਾਣੀ ਜਾਣ ਅੰਤਰਜਾਮੀ ਕਰਨ ਕਾਰਨ ਕਿਰਪਾ ਨਿਦਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਾਣ ਗਏ ਕਿ ਹੁਣ ਇਹ ਪੰਜ ਭੂਤਕ ਚੋਲਾ ਤਿਆਗਣ ਦਾ ਸਮਾਂ ਆ ਗਿਆ ਹੈ, ਸ਼ਹੀਦੀ ਪਾਉਣ ਦਾ ਸਮਾਂ ਆ ਗਿਆ ਹੈ। ਆਪ ਜੀ ਨੇ ਰਾਤ ਦੇ ਸਮੇਂ ਬਾਬਾ ਬੁੱਢਾ ਜੀ ਨੂੰ ਕੋਠਾ ਸਾਹਿਬ ਵਿੱਚ ਸੱਦ ਕੇ ਉਹਨਾਂ ਨਾਲ ਵਿਚਾਰ ਕੀਤੀ ਔਰ ਮਹਾਰਾਜ ਸਾਹਿਬ ਜੀ ਨੇ ਮੁਖੀ ਸਿੱਖਾਂ ਦੀ ਹਾਜ਼ਰੀ ਵਿੱਚ ਸਤਿਗੁਰੂ ਜੀ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦਾ ਤਿਲਕ ਕਰ ਦਿੱਤਾ। ਨਾਲ ਹੀ ਬਚਨ ਕਰਤਾ ਬਈ ਭਾਈ ਸਿੱਖੋ ਸਮਾਂ ਪਾ ਕੇ ਇਹ ਸੰਗਤ ਵਿੱਚ ਜ਼ਾਹਰ ਕਰ ਦੇਣਾ, ਸਾਡੇ ਤੋਂ ਬਾਅਦ ਸਾਡਾ ਰੂਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੋਣਗੇ ਔਰ ਜੋ ਵੀ ਇਹ ਬਚਨ ਕਹਿਣਗੇ ਸਾਡਾ ਬਚਨ ਹੋਵੇਗਾ। ਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਵੀ ਦੱਸ ਦਿੱਤਾ ਵੀ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦੀ ਅੰਸ਼ ਜਾਣ ਕੇ, ਜੋਤ ਜਾਣ ਕੇ ਮੁਖ ਵਿੱਚੋਂ ਆਪਣੇ ਆਪ ਨੂੰ ਭਗਤ ਹੀ ਕਹਿਣਾ ਹੈ, ਸੇਵਕ ਹੀ ਕਹਿਣਾ ਹੈ ਤੇ ਵਰਤਨ ਦੁਨੀਆ 'ਚ ਬੈਰਾਗ ਦੀ ਰੱਖਣੀ ਹੈ। ਗੁਰੂ ਨਾਨਕ ਦੇਵ ਮਰਜ਼ਾਦਾ ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਭਜਨ ਬਾਣੀ ਸੇਵਾ ਸਿਮਰਨ ਨਾਲ ਜੁੜੇ ਰਹਿਣਾ ਅਤੇ ਗਰੀਬ ਦੀ ਰੱਖਿਆ ਵਾਸਤੇ ਜਿੱਥੇ ਗੁਰੂ ਨਾਨਕ ਨੇ ਲੰਗਰ ਚਲਾਇਆ ਉਹ ਲੰਗਰ ਵੀ ਕਾਇਮ ਰੱਖਣਾ ਤੇ ਜ਼ੁਲਮ ਦਾ ਟਾਕਰਾ ਕਰਨਾ ਸ਼ਸਤਰਧਾਰੀ ਹੋ ਕੇ। ਇਹ ਸਾਰੀ ਮਹਾਰਾਜ ਸਾਹਿਬ ਪੰਜਵੇਂ ਪਾਤਸ਼ਾਹ ਜੀ ਪੁਰਾਤਨ ਤੇ ਨਵੀਨ ਮਰਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਝਾਈ ਹੈ। ਫਿਰ ਉੱਠ ਕੇ ਆਪਣੇ ਮਹਿਲਾਂ ਵਿੱਚ ਗਏ ਹਨ, ਪ੍ਰਸ਼ਾਦਾ ਛਕਿਆ ਹੈ ਤੇ ਮਾਤਾ ਗੰਗਾ ਜੀ ਨੂੰ ਸਾਰੀ ਵਾਰਤਾ ਸੁਣਾ ਰਹੇ ਨੇ। ਉਹ ਕਥਾ ਸਰਵਣ ਕਰੀਏ ਪ੍ਰੇਮ ਦੇ ਨਾਲ। ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਸੰਧਿਆ ਵੇਲੇ ਹਨੇਰੇ ਪਏ ਗੁਰਤਾ ਗੱਦੀ ਦੀ ਮਰਜ਼ਾਦਾ ਪੂਰਨ ਕਰ ਦਿੱਤੀ ਤੇ ਫਿਰ ਜਦੋਂ ਸ਼ਾਮ ਦੇ ਸਮੇਂ ਹਨੇਰੇ ਪਏ ਘਰ ਜਾਂਦੇ ਸਨ, ਆਪਣੇ ਮਹਿਲਾਂ ਵਿੱਚ ਪਹੁੰਚੇ ਹਨ। ਗ੍ਰਹਿ ਪ੍ਰਵੇਸ਼ ਭੋਜਨ ਕਰਿਓ ਬੈਠ ਪ੍ਰਯੰਕ ਸਹਾਏ। ਘਰ ਵਿੱਚ ਪ੍ਰਵੇਸ਼ ਕਰਕੇ ਭੋਜਨ ਕੀਤਾ ਹੈ ਤੇ ਪਲੰਘ ਤੇ ਬੈਠੇ ਪ੍ਰਸ਼ਾਦਾ ਛਕ ਰਹੇ ਹਨ। ਚੌਬੇ ਸਾਧੀ ਸ਼੍ਰੀ ਗੰਗਾ ਜਲ ਆਈ। ਮਾਤਾ ਗੰਗਾ ਜੀ ਸ਼ਾਂਤ ਸਰੂਪ ਮਾਤਾ ਜੀ ਗੁਰੂ ਅਰਜਨ ਦੇਵ ਜੀ ਦੇ ਮਹਿਲ, ਗੁਰੂ ਹਰਗੋਬਿੰਦ ਸਾਹਿਬ ਦੇ ਮਾਤਾ ਜੀ ਗੰਗਾ ਦੇ ਸਮਾਨ ਜਿਨ੍ਹਾਂ ਦਾ ਜੀਵਨ ਪਵਿੱਤਰ ਸੀ, ਉਹ ਮਾਤਾ ਗੰਗਾ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਹਨ। ਬੈਠੀ ਨਿਕਟ ਦੇਖ ਸੁਖ ਪਾਈ। ਮਾਤਾ ਗੰਗਾ ਜੀ ਆਪਣੇ ਪਤੀ ਜੀ ਦੇ ਕੋਲ ਬੈਠੇ ਹਨ, ਆਪ ਪ੍ਰਸ਼ਾਦਾ ਛਕਾ ਰਹੇ ਹਨ। ਸ਼੍ਰੀ ਅਰਜਨ ਸਭ ਬਾਤ ਬਖਾਨੀ। ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨੂੰ ਇਸ ਤਰ੍ਹਾਂ ਕਹਿਣ ਲੱਗੇ, ਸੁਨਹੁ ਆਰਜੇ ਭਾਗ ਮਹਾਨੀ। ਮਹਾਰਾਜ ਕਹਿਣ ਲੱਗੇ, ਇਹ ਭਾਗਾਂ ਵਾਲੀਏ ਸੁਣ, ਜਿਹੜਾ ਬਚਨ ਅਸੀਂ ਤੈਨੂੰ ਦੱਸਣ ਲੱਗੇ ਹਾਂ ਇਹ ਹੌਸਲੇ ਨਾਲ ਧੀਰਜ ਨਾਲ ਸੁਣਨਾ ਹੈ। ਲਵਪੁਰ ਕੋ ਹਮ ਕਰਹਿ ਬਿਆਨਾ। ਹੁਣ ਅਸੀਂ ਲਾਹੌਰ ਚੱਲੇ ਹਾਂ, ਸਵੇਰੇ ਅਸੀਂ ਲਾਹੌਰ ਚਲੇ ਜਾਣਾ ਹੈ। ਹਾਂਜੀ, ਹੋਤ ਪ੍ਰਾਤ ਨਿਸ਼ਚੈ ਹੋਏ ਜਾਣਾ। ਸਵੇਰੇ ਜਾਣਾ ਪੈਣਾ ਹੈ, ਸਾਨੂੰ ਬਾਦਸ਼ਾਹ ਨੇ ਬੁਲਾਇਆ ਹੈ ਤੇ ਸਵੇਰੇ ਅਸੀਂ ਲਾਹੌਰ ਚਲੇ ਜਾਵਾਂਗੇ। ਤਵ ਸੁਤ ਸਕਲ ਕਾਜ ਕੋ ਸਿਆਣਾ। ਤੇਰਾ ਪੁੱਤਰ ਹਰਗੋਬਿੰਦ ਹੁਣ ਸਾਰੇ ਕੰਮਾਂ ਨੂੰ ਸਿਆਣਾ ਹੈ, ਸਾਰੀ ਜ਼ਿੰਮੇਵਾਰੀ ਉਹਦੇ ਤੇ ਪਾ ਦਿੱਤੀ ਹੈ, ਉਹ ਹੁਣ ਸਾਰਾ ਕੰਮ ਸਾਂਭੇਗਾ। ਗੁਰੂ ਘਰ ਦੀ ਜ਼ਿੰਮੇਵਾਰੀ, ਗੁਰਤਾ ਗੱਦੀ ਦਾ ਸਾਰਾ ਭਾਰ ਉਹਦੇ ਤੇ ਹੈ। ਧਰਮ ਤੀਰ ਤਰ
ਧਰਨ ਸਮਾਨਾ। ਉਹ ਧੀਰਜਵਾਨ ਹੈ, ਧਰਤੀ ਦੀ ਤਰ੍ਹਾਂ ਉਹਦੇ 'ਚ ਧੀਰਜ ਹੈ। ਬ੍ਰਹਮ ਗਿਆਨੀ ਕਾ ਧੀਰਜ ਏਕ, ਜਿਉ ਵਸਦਾ ਕੋ ਖੋਦਾ ਕੋ ਚੰਦਨ ਲੇਪ। ਸ੍ਰੀ ਹਰਗੋਬਿੰਦ ਜੀ ਧਰਮ ਦੇ ਵਿੱਚ ਮਹਾਨ ਹਨ, ਧੀਰਜ ਵਿੱਚ ਵੀ ਬੜੇ ਮਹਾਨ, ਧਰਤੀ ਤੋਂ ਵੱਧ ਕੇ ਧੀਰਜਵਾਨ ਹਨ। ਨਹੀਂ ਸੁਦੀਵ ਦੇਹ ਇਹ ਰਹਿ। ਫਿਰ ਮਹਾਰਾਜ ਕਹਿੰਦੇ ਗੰਗਾ ਜੀ, ਇਹ ਜਿਹੜਾ ਸਰੀਰ ਹੈ ਨਾ, ਇਹ ਸਦਾ ਨਹੀਂ ਰਹਿੰਦਾ। ਸਰੀਰ ਕਦੀ ਵੀ ਕਿਸੇ ਦਾ ਵੀ ਨਹੀਂ ਰਿਹਾ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਤੇਰੇ ਕਛ ਨਹੀਂ, ਸੁਪਨੇ ਜਿਉ ਸੰਸਾਰ। ਇਹ ਸੰਸਾਰ ਵਿੱਚ ਜਿਹੜਾ ਵੀ ਕੋਈ ਸਰੀਰ ਧਾਰੀ ਆਇਆ, ਭਾਵੇਂ ਕੋਈ ਗੁਰੂ ਪੀਰ ਅਵਤਾਰ ਕੋਈ ਵੀ ਹੋਇਆ, ਰਾਜਾ ਮਹਾਰਾਜਾ, ਸਭ ਨੂੰ ਇੱਥੋਂ ਜਾਣਾ ਪੈਂਦਾ। ਰਹਿਣ ਨਾ ਪਾਵੇ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮਨ ਜਨ ਸੇਵਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਇਹ ਦੁਨੀਆ ਦਾ ਮੇਲਾ ਇਹੋ ਜਿਹਾ, ਇੱਥੇ ਸਰੀਰ ਕਰਕੇ ਕਿਸੇ ਨੇ ਨਹੀਂ ਰਹਿਣਾ। ਸਰੀਰ ਕਰਕੇ ਸਾਰਿਆਂ ਦਾ ਵਿਛੋੜਾ ਪੈਂਦਾ ਹੀ ਪੈਂਦਾ ਹੈ, ਪੈਂਦਾ ਹੀ ਪੈਂਦਾ ਹੈ। ਹਾਂਜੀ, ਯਾਤੇ ਸਮਤ ਸਨੇਹ ਨਾ ਗਹਿ। ਇਸ ਕਰਕੇ ਸਿਆਣੇ ਬੰਦੇ ਮੋਹ ਨਹੀਂ ਕਰਦੇ। ਉਹ ਕਹਿੰਦੇ ਜਿਹੜੇ ਸਰੀਰ ਦਾ ਮੋਹ ਕਰਨਾ ਇਹਨੂੰ ਛੱਡਣਾ ਪੈਣਾ। ਇਸ ਕਰਕੇ ਜਿਹੜੀ ਚੀਜ਼ ਦਾ ਮੋਹ ਕਰਾਂਗੇ ਉਹ ਦੁੱਖ ਦੇਵੇਗੀ। ਮਹਾਂਪੁਰਸ਼ ਸਾਧੂ ਪੁਰਸ਼ ਸਰੀਰ ਦਾ, ਪਰਿਵਾਰ ਦਾ, ਧੀਆਂ ਪੁੱਤਰਾਂ ਦਾ, ਜਿੰਨੇ ਰਿਸ਼ਤੇ ਨੇ ਉਹਦਾ ਮੋਹ ਨਹੀਂ ਕਰਦੇ, ਉਹਨੂੰ ਝੂਠਾ ਸਮਝਦੇ ਹਨ। ਹਾਂਜੀ, ਜੋ ਉਪਜਹ ਸੋ ਬਿਨਸਨ ਹਾਰ। ਮਹਾਰਾਜ ਕਹਿੰਦੇ ਗੰਗਾ ਜੀ, ਜੋ ਵੀ ਪੈਦਾ ਹੁੰਦਾ ਨਾ ਦੁਨੀਆ ਵਿੱਚ, ਉਹ ਬਿਨਸਨ ਦਾ ਵੀ ਹੈ। ਐਸਾ ਇਸ ਦੁਨੀਆ ਤੇ ਕੋਈ ਨਹੀਂ ਜਿਹੜਾ ਸਦਾ ਰਿਹਾ ਹੋਵੇ। ਜੋ ਵੀ ਜੰਮਿਆ ਉਹਨੇ ਮਰਨਾ ਜ਼ਰੂਰ ਹੈ। ਜੋ ਉਪਜੋ ਸੋ ਬਿਨਸ ਹੈ। ਹਾਂਜੀ, ਜੋ ਉੱਚੋ ਸੋ ਗਿਰਨੇ ਹਾਰ। ਜਿਹੜਾ ਉੱਚਾ ਹੈ ਉਹ ਗਿਰੇਗਾ। ਉੱਚਾ ਚੜ੍ਹੈ ਸੋ ਪਵੈ ਪਿਆਲਾ। ਜਿੱਡੀ ਮਰਜ਼ੀ ਉੱਚੀ ਬਿਲਡਿੰਗ ਬਣਾ ਲਓ, ਇੱਕ ਦਿਨ ਗਿਰੇਗੀ। ਭਾਵੇਂ 100 ਸਾਲ, ਭਾਵੇਂ 1000 ਸਾਲ ਬਾਅਦ ਗਿਰੇ। ਜਿਹੜੀ ਚੀਜ਼ ਉੱਚੀ ਹੈ ਉਹ ਗਿਰੇਗੀ, ਜਿਹੜਾ ਜੰਮਿਆ ਉਹ ਮਰੇਗਾ। ਹਾਂਜੀ, ਇਹੀ ਸਨਾਤਨ ਦੇਹਨ ਧਰਮ। ਇਹਨਾਂ ਸਰੀਰਾਂ ਦਾ ਪੁਰਾਤਨ ਸਮੇਂ ਤੋਂ ਇਹੀ ਵਿਹਾਰ ਚੱਲਿਆ ਆ ਰਿਹਾ। ਸਤਿਯੁਗ ਤੋਂ ਲੈ ਕੇ ਤ੍ਰੇਤਾ ਦੁਆਪਰ ਕਲਯੁਗ, ਸਾਰੇ ਯੁੱਗਾਂ ਦੇ ਵਿੱਚ ਇਹ ਮਰਜ਼ਾਦਾ ਰਹੀ ਹੈ। ਜਿਹੜਾ ਪੈਦਾ ਹੋਇਆ ਉਹਨੂੰ ਸਰੀਰ ਕਰਕੇ ਇੱਕ ਦਿਨ ਇਸ ਦੁਨੀਆ ਤੋਂ ਜਾਣਾ ਪਿਆ ਹੈ। ਹਾਂਜੀ, ਇਸ ਮਹਿ ਪ੍ਰੇਮ ਮਹਾ ਉਰ ਭਰਮ। ਜਿਹੜਾ ਇਹਨੂੰ ਪ੍ਰੇਮ ਕਰਦਾ, ਝੂਠੇ ਸਰੀਰ ਨੂੰ ਮੋਹ ਕਰਦਾ, ਉਹ ਭਰਮ ਭੁਲੇਖੇ 'ਚ ਪਿਆ ਹੋਇਆ। ਉਹ ਬੜੇ ਵੱਡੇ ਭੁਲੇਖੇ 'ਚ ਵੇਖ ਸਮਝਦਾ ਵੀ ਇਹ ਸਰੀਰ ਇੱਦਾਂ ਰਹੇਗਾ। ਇਹ ਸਰੀਰ ਤਾਂ ਬਿਨਸ ਜਾਣੇ ਨੇ ਸਾਰਿਆਂ ਦੇ ਹੀ। ਕਿਸੇ ਦਾ ਵੀ ਸਰੀਰ ਗੰਗਾ ਜੀ ਰਿਹਾ ਨਹੀਂ ਦੁਨੀਆ ਤੇ। ਦਿਨ ਪ੍ਰਤ ਸਭ ਪ੍ਰਣਾਮ ਕੋ ਪਾਵਹਿ। ਇਹ ਜਿੰਨੇ ਵੀ ਸਰੀਰ ਨੇ ਦਿਨੋਂ ਦਿਨ ਪ੍ਰਣਾਮ ਪਾ ਰਹੇ ਨੇ। ਪ੍ਰਣਾਮ ਦਾ ਮਤਲਬ ਤਾਂ ਬਦਲ ਰਹੇ ਨੇ। ਜਿਵੇਂ ਦੁੱਧ ਦਾ ਦਹੀਂ ਬਣ ਜਾਣਾ, ਤੇ ਦਹੀਂ ਦਾ ਮੱਖਣ ਬਣ ਜਾਣਾ, ਘਿਓ ਬਣ ਜਾਣਾ, ਫਿਰ ਕੜਾਹ ਪ੍ਰਸ਼ਾਦ ਬਣ ਜਾਣਾ। ਇਹ ਬਦਲ ਬਦਲ ਕੇ ਦੁੱਧ ਦਾ ਕੀ ਬਣ ਗਿਆ। ਇੱਦਾਂ ਹੀ ਸਰੀਰ ਦਾ ਰੂਪ ਬਦਲਦਾ ਰਹਿੰਦਾ। ਜਦੋਂ ਬੱਚੇ ਦਾ ਜਨਮ ਹੁੰਦਾ ਉਦੋਂ ਕਿੱਦਾਂ ਦਾ ਹੁੰਦਾ, 40 ਦਿਨਾਂ ਵਿੱਚ ਡਬਲ ਹੋ ਜਾਂਦਾ, ਸਾਲ ਵਿੱਚ ਚੌਗੁਣਾ ਹੋ ਜਾਂਦਾ, 10 ਸਾਲਾਂ ਵਿੱਚ 8 ਗੁਣਾ ਹੋ ਜਾਂਦਾ, ਤੇ 20 ਸਾਲਾਂ 'ਚ ਉਦੋਂ ਦੁੱਗਣਾ ਹੋ ਜਾਂਦਾ, ਵੱਧਦਾ ਹੀ ਜਾਂਦਾ। ਫਿਰ ਜਵਾਨੀ ਤੋਂ ਫਿਰ 40 ਸਾਲਾਂ 'ਚ ਜਾ ਕੇ ਪਿੱਛੇ ਨੂੰ ਬੈਕ ਗੇਅਰ ਲੱਗ ਜਾਂਦਾ, ਬੁਢੇਪੇ ਵੱਲ ਵੱਧਦਾ। ਫਿਰ ਹੌਲੇ ਹੌਲੇ ਬੁੱਢਾ ਹੁੰਦਾ 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 ਇੱਕ ਦਿਨ ਮਿੱਟੀ 'ਚ ਮਿਲ ਜਾਂਦਾ, ਖਤਮ ਹੋ ਜਾਂਦਾ ਹੈ। ਪ੍ਰਥਮ ਸਮਾਨ ਸਥਿਰ ਨ ਰਹਾਵਹਿ। ਇਹ ਪਹਿਲੇ ਵਰਗਾ ਨਹੀਂ ਰਹਿੰਦਾ ਸਰੀਰ, ਕਦੀ ਵੀ ਕਿਸੇ ਦਾ ਇੱਕੋ ਜਿਹਾ ਨਹੀਂ ਰਹਿੰਦਾ। ਕਿਸੇ ਦੀ ਦਾੜੀ ਹਮੇਸ਼ਾ ਕਾਲੀ ਨਹੀਂ ਰਹਿੰਦੀ, ਕਿਸੇ ਦੇ ਮੱਥੇ ਤੇ ਹਮੇਸ਼ਾ ਚਮਕ ਨਹੀਂ ਰਹਿੰਦੀ। ਹਰ ਇੱਕ ਬੰਦੇ ਨੇ, ਭਾਵੇਂ ਉਹ ਇਸਤਰੀ ਹੈ ਭਾਵੇਂ ਪੁਰਸ਼ ਹੈ, ਬੁਢੇਪਾ ਆ ਜਾਂਦਾ ਹੈ, ਮੌਤ ਵੀ ਆਉਂਦੀ ਹੁੰਦੀ ਹੈ। ਹਾਂਜੀ, ਬਾਲਕ ਤੇ ਹੋਵੇ ਸੋ ਕੁਮਾਰ। ਦੇਖੋ, ਬਾਲ ਅਵਸਥਾ ਤੋਂ, ਬੱਚੇ ਤੋਂ ਕੁਮਾਰ ਅਵਸਥਾ 'ਚ ਆਉਂਦਾ। ਕੁਮਾਰ ਹੁੰਦੀ 14-15 ਸਾਲ ਤੋਂ ਲੈ ਕੇ 20 ਸਾਲ ਤੱਕ ਦੀ ਉਮਰ ਨੂੰ ਕੁਮਾਰ ਕਹਿ ਦਿੰਦੇ ਨੇ। ਫਿਰ ਜਵਾਨੀ ਆ ਜਾਂਦੀ ਹੈ,
ਫਿਰ ਜਵਾਨੀ ਵੀ ਹੌਲੇ ਹੌਲੇ 30 ਸਾਲਾਂ ਤੱਕ ਪੂਰਾ ਜੋਬਨ ਜਿੰਨੀ ਤਾਕਤ ਬਲ ਆਉਣਾ ਹੁੰਦਾ ਫਿਰ 40 ਤੱਕ ਵੱਧਦਾ ਫਿਰ ਪੂਰਾ ਹੋ ਜਾਂਦਾ। ਉਸ ਤੋਂ ਬਾਅਦ 40 ਸੀ ਪੁਰ ਹੋਏ 85 ਪੱਖ ਖਿਸੈ 50 ਦੇ ਪੈਰ ਖਿਸਕਦੇ ਨੇ 60 ਕੇ ਬੁਢੇਪਾ ਆਵੇ 60 ਬੁੱਢਾ ਹੋ ਜਾਂਦਾ। ਇਦਾਂ ਇਹ ਸਰੀਰ ਬਦਲਦਾ ਹੈ। ਹਾਂਜੀ ਤਰਨ ਹੋਤ ਪੁਨ ਬ੍ਰਿਧਤਾ ਧਾਰ। ਹਾਂ ਦੇਖੋ ਪਹਿਲਾਂ ਬੱਚਾ ਹੁੰਦਾ ਫਿਰ ਕੁਮਾਰ ਅਵਸਥਾ ਹੁੰਦੀ ਫਿਰ ਤਰਨ ਮੈਨੇ ਜਵਾਨ ਫਿਰ ਜਵਾਨ ਹੁੰਦਾ ਫਿਰ ਬੁੱਢਾ ਹੋ ਜਾਂਦਾ। ਹਾਂਜੀ ਜਰਾ ਗ੍ਰਸੇ ਤਬ ਚੀਰਨ ਹੋਏ। ਫਿਰ ਇਹਨੂੰ ਬੁਢੇਪਾ ਗਰਸ ਲੈਂਦਾ 70 ਸਾਲਾਂ ਦਾ ਹੁੰਦਾ ਜਦੋਂ ਉਦੋਂ ਇਹਨੂੰ ਯਾਦ ਚੇਤਾ ਭੁੱਲ ਜਾਂਦਾ। 80 ਦਾ ਫਿਰ ਕੁਝ ਕਰ ਨਹੀਂ ਸਕਦਾ ਮੰਜੇ ਤੇ ਬਹਿਣ ਜੋਗਾ ਹੌਲੇ ਹੌਲੇ ਹੁੰਦਾ 90 ਕਾ ਸੇਜ ਆਸਣੀ 90 ਦਾ ਫਿਰ ਮੰਜੇ ਜੋਗਾ ਹੀ ਹੋ ਜਾਂਦਾ ਫਿਰ ਤੁਰਨ ਫਿਰਨ ਜੋਗਾ ਵੀ ਨਹੀਂ ਰਹਿੰਦਾ। ਮੂਲ ਨਾ ਜਾਣਾ ਆਪ ਬਲ ਫਿਰ ਆਪਣਾ ਬਲ ਆਪਣੀ ਸ਼ਕਤੀ ਨਹੀਂ ਜਾਣਦਾ। ਜਦੋਂ 100 ਸਾਲ ਦਾ ਹੁੰਦਾ ਫਿਰ ਧੂਏ ਦਾ ਧੋਲ ਹਰ ਭਾਵ ਪਹਾੜ ਜਿਵੇਂ ਧੂਏ ਦਾ ਹੋਵੇ ਕੁਛ ਨਹੀਂ ਨਿਕਲਦਾ ਵਿੱਚੋਂ। ਜ਼ਿੰਦਗੀ ਜਿਹੋ ਜੀ ਆਇਆ ਉਹੋ ਜਿਹਾ ਚਲਾ ਗਿਆ ਕੁਝ ਖੱਟ ਕੇ ਨਹੀਂ ਗਿਆ ਦੁਨੀਆ ਤੋਂ। ਏਦਾਂ ਜੰਮਣਾ ਮਰਨਾ ਇਹਦਾ ਜੀਵ ਦਾ ਸੰਸਾਰ 'ਚ ਬਣਿਆ ਰਹਿੰਦਾ। ਬਹਰੋ ਅੰਤ ਸਮੇਂ ਨਹਿ ਸੋਏ। ਫਿਰ ਕਹਿੰਦੇ ਆ ਵੀ ਅਖੀਰ ਸਮਾਂ ਆਉਣਾ ਹੀ ਆਉਣਾ ਭਾਵੇਂ 100 ਸਾਲ ਵੀ ਜੀ ਲਵੇ ਫਿਰ ਵੀ ਮਰਨਾ ਹੈ। ਰਹੋ ਪਿਛੇ ਕੁਛ ਸ਼ੋਕ ਨ ਮਨ ਹੋ। ਮਹਾਰਾਜ ਕਹਿੰਦੇ ਗੰਗਾ ਜੀ ਅਸੀਂ ਹੁਣ ਚਲੇ ਜਾਣਾ ਸਵੇਰੇ ਲਾਹੌਰ ਚਲੇ ਜਾਣਾ। ਤੁਸੀਂ ਸਾਡੇ ਪਿੱਛੋਂ ਗੁਰੂ ਘਰ ਦੀਆਂ ਸਾਰੀ ਜ਼ਿੰਮੇਵਾਰੀਆਂ ਹਰਗੋਬਿੰਦ ਦੇ ਨਾਲ ਰਲ ਕੇ ਸੰਭਾਲਣੀਆਂ ਨੇ। ਗੁਰੂ ਘਰ ਦੇ ਵਿੱਚ ਜਿੰਨੇ ਵੀ ਪ੍ਰਬੰਧ ਨੇ ਤੁਸੀਂ ਆਪ ਦੇਖਣੇ ਨੇ। ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਹੋਰ ਸਿਆਣੇ ਸਿੱਖਾਂ ਨੂੰ ਪੁੱਛ ਕੇ ਸਾਰੇ ਕੰਮ ਕਰਨੇ ਨੇ ਤੇ ਸ਼ੋਕ ਨਹੀਂ ਮਨਾਉਣਾ। ਸਾਡੇ ਜਾਣ ਦਾ ਦੁੱਖ ਨਹੀਂ ਮਨਾਉਣਾ। ਸਾਨੂੰ ਰੋਣਾ ਨਹੀਂ ਕਿਸੇ ਨੇ। ਹਾਂਜੀ ਦੇਹ ਆਪ ਤੇ ਤਜਨ ਨਾ ਠਨ ਹੋ। ਤੇ ਆਪਣੀ ਮਰਜ਼ੀ ਨਾਲ ਸਰੀਰ ਵੀ ਨਾ ਛੱਡਿਆ ਜੇ ਕਾਹਲੇ ਨਾ ਪਿਆ ਜੇ ਵੀ ਸਾਡੇ ਪਿੱਛੇ ਹੀ ਆ ਜਾਣਾ। ਕਿਉਂਕਿ ਇਹ ਸ਼ਕਤੀ ਮਾਤਾਵਾਂ ਭੈਣਾਂ 'ਚ ਹੁੰਦੀ ਸੀ ਬਈ ਉਹ ਇਹੋ ਜਿਹੀਆਂ ਮਾਈਆਂ ਹੋਈਆਂ ਪਤਾ ਲੱਗੇ ਨਾ ਪਤੀ ਚੜ੍ਹਾਈ ਕਰ ਗਿਆ ਨਾਲ ਹੀ ਕਰ ਜਾਂਦੀਆਂ ਸੀ। ਜਿਵੇਂ ਭਗਤ ਪੀਪਾ ਜੀ ਹੋਏ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਉਹ ਗਾਂਗਰੋਣ ਦੇ ਰਾਜਪੂਤ ਰਾਜੇ ਸੀਗੇ ਰਾਜਸਥਾਨ ਦੇ ਭਗਤ ਪੀਪਾ ਜੀ। ਉਹ ਫਿਰ ਭਗਤ ਬਣ ਗਏ ਸੀ ਗੁਰੂ ਰਾਮਾਨੰਦ ਜੀ ਦੇ ਚੇਲੇ ਬਣ ਗਏ ਸੀ ਤੇ ਉਹਨਾਂ ਦੀ ਘਰਵਾਲੀ ਦਾ ਨਾਮ ਸੀ ਸੀਤਾ। ਉਹਨਾਂ ਦੇ ਨਾਲ ਹੀ ਜੰਗਲਾਂ ਵਿੱਚ ਤੀਰਥਾਂ ਤੇ ਘੁੰਮਦੇ ਰਾਜੇ ਲਛਮਣ ਦੇਵ ਕੋਲ ਜਾ ਰਹੇ। ਉੱਥੇ ਕਥਾ ਕਰਿਆ ਕਰਦੇ ਸੀ ਪੀਪਾ ਜੀ ਵੀ। ਤੇ ਉਹ ਜਿਹੜੀ ਮਾਤਾ ਜੀ ਸੀਤਾ ਸੀ ਨਾ ਹੈ ਤਾਂ ਰਾਣੀ ਸੀ ਉਹ ਪਰ ਸਾਧਨੀ ਬਣ ਗਈ ਸੰਤਨੀ ਬਣ ਗਈ। ਉਹ ਵੀ ਪਰਮੇਸ਼ਰ ਦੀ ਕਥਾ ਕਰਿਆ ਕਰੇ। ਜਿਹੜਾ ਲਛਮਣ ਦੇਵ ਰਾਜਾ ਸੀ ਉਹਦੀ ਘਰਵਾਲੀ ਰਾਣੀ ਸੀ ਜਿਹੜੀ ਉਹ ਕਥਾ ਸੁਣਿਆ ਕਰਦੀ ਸੀ। ਉਹਦੇ ਮਨ 'ਚ ਸ਼ੰਕਾ ਪੈ ਗਿਆ ਵੀ ਜਿਹੜੀ ਗੱਲ ਮਾਤਾ ਜੀ ਕਹਿੰਦੇ ਆ ਵੀ ਪਤੀ ਦੀ ਮਰਨ ਦੀ ਖਬਰ ਸੁਣ ਕੇ ਸਰੀਰ ਛੱਡ ਦਈਦਾ ਦੇਖੀਏ ਵੀ ਇਹ ਆਪ ਛੱਡ ਸਕਦੇ। ਇੱਕ ਦਿਨ ਪੀਪਾ ਜੀ ਨੂੰ ਰਾਜਾ ਨਾਲ ਲੈ ਗਿਆ ਜੰਗਲ ਸ਼ਿਕਾਰ ਖੇਡਣ ਤੇ ਉਸ ਰਾਣੀ ਨੇ ਝੂਠ ਹੀ ਪੀਪਾ ਜੀ ਵਰਗੇ ਕੱਪੜੇ ਲਹੂ ਨਾਲ ਲਵੇੜ ਕੇ ਭੇਜਤੇ ਵੀ ਪੀਪਾ ਜੀ ਨੂੰ ਸ਼ੇਰ ਖਾ ਗਿਆ। ਇਹ ਗੱਲ ਆਵਾਜ਼ ਕੰਨਾਂ 'ਚ ਪੈਂਦਿਆਂ ਸਾਰੀ ਸੀਤਾ ਮਾਤਾ ਹੋਰਾਂ ਨੇ ਪੀਪਾ ਜੀ ਦੀ ਘਰਵਾਲੀ ਨੇ ਸਰੀਰ ਛੱਡਤਾ ਸੀ। ਇਹ ਗੱਲ ਇਤਿਹਾਸ 'ਚ ਪ੍ਰਸਿੱਧ ਹੈ। ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਆਉਂਦੀ ਪੀਪਾ ਜੀ ਦੀ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਇਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ। ਇੱਦਾਂ ਵੀ ਹੋ ਜਾਂਦਾ ਵੀ ਇਹੋ ਜਿਹੀਆਂ ਮਾਈਆਂ ਮਾਤਾ ਗੰਗਾ ਜੀ ਵਰਗੀਆਂ ਮਰਜ਼ੀ ਨਾਲ ਹੀ ਉਸੇ ਵੇਲੇ ਸਰੀਰ ਛੱਡ ਸਕਦੀਆਂ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਇੱਦਾਂ ਕਰਨਾ ਨਹੀਂ। ਤੁਸੀਂ ਸਰੀਰ ਨਹੀਂ ਛੱਡਣਾ ਤੁਸੀਂ ਭਾਣਾ ਮੰਨਣਾ ਹੈ ਤੇ ਸਾਡੇ ਪਿੱਛੋਂ ਸ੍ਰੀ ਹਰਗੋਬਿੰਦ ਦੇ ਸਿਰ ਤੇ ਹੱਥ ਰੱਖਣਾ ਹੈ। ਪੁੱਤਰਨ ਸੋ ਪੁੱਤਰਨ ਕੋ ਸੁਖ ਦੇਖ। ਹਾਂ ਤੇਰੇ ਪੁੱਤਰ ਹਰਗੋਬਿੰਦ ਦਾ ਬੜਾ ਪ੍ਰਤਾਪ ਵਧੇਗਾ ਤੇ ਤੇਰੇ ਪੋਤਰੇ ਵੀ ਹੋਣਗੇ ਤੂੰ ਪੋਤਰਿਆਂ ਦਾ ਸੁੱਖ ਦੇਖੇਗੀ। ਅਸੀਂ ਤਾਂ ਹੁਣ ਜਾ ਰਹੇ ਹਾਂ
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਉਦੋਂ 11 ਸਾਲਾਂ ਦੇ ਸੀ ਜਦੋਂ ਮਹਾਰਾਜ ਸ਼ਹੀਦੀ ਪਾਈ ਪੰਜਵੇਂ ਪਾਤਸ਼ਾਹ ਨੇ। ਤੇ ਮਹਾਰਾਜ ਪੰਜਵੇਂ ਪਾਤਸ਼ਾਹ 43 ਸਾਲ ਦੀ ਉਮਰ 'ਚ ਸ਼ਹੀਦ ਹੋ ਗਏ। ਕਹਿੰਦੇ ਆ ਵੀ ਸਾਡੇ ਤੋਂ ਬਾਅਦ ਸਾਡੇ ਪੋਤਰੇ ਆਉਣੇ ਨੇ ਤੇ ਤੂੰ ਖਿਡਾਣੇ ਆਪਣੀ ਗੋਦੀ ਵਿੱਚ। ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ 5 ਸਾਹਿਬਜ਼ਾਦੇ ਤੇ ਇੱਕ ਬੇਟੀ ਹੋਈ ਸੀ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ। ਦੂਜੇ ਬਾਬਾ ਸੂਰਜਮਲ ਜੀ, ਤੀਜੇ ਬਾਬਾ ਅਣੀ ਰਾਏ ਜੀ, ਚੌਥੇ ਬਾਬਾ ਅਟਲ ਰਾਏ ਜੀ, ਪੰਜਵੇਂ ਗੁਰੂ ਤੇਗ ਬਹਾਦਰ ਜੀ ਤੇ ਬੀਬੀ ਬੀਰੋ। ਇਹਨਾਂ ਸਾਰਿਆਂ ਨੂੰ ਮਾਤਾ ਗੰਗਾ ਖਿਡਾਉਂਦੀ ਰਹੀ ਹੈ, ਬੱਚਿਆਂ ਨੂੰ, ਪੋਤਿਆਂ ਨੂੰ। ਤੇ ਬਾਬੇ ਬਕਾਲੇ ਸਾਹਿਬ ਮਾਤਾ ਗੰਗਾ ਜੀ ਨੇ ਸਰੀਰ ਛੱਡਿਆ। ਬਾਬੇ ਬਕਾਲੇ ਉੱਥੇ ਗੁਰਦੁਆਰਾ ਮਾਤਾ ਜੀ ਦਾ, ਮਾਤਾ ਗੰਗਾ ਜੀ ਦਾ, ਬਾਬਾ ਬਿਸ਼ਨ ਸਿੰਘ ਜੀ, ਨਿਹੰਗ ਸਿੰਘ, ਤਰਨਾ ਦਲ ਦੇ ਮਹਾਂਪੁਰਸ਼ਾਂ ਨੇ ਬੜਾ ਸੁੰਦਰ ਬਣਾਇਆ ਹੋਇਆ ਸੋਨੇ ਦਾ ਗੁੰਬਜ ਲਾ ਕੇ ਬਾਬੇ ਬਕਾਲੇ। ਸੋ ਮਾਤਾ ਗੰਗਾ ਜੀ ਨੂੰ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ, ਗੰਗਾ ਜੀ ਤੁਸੀਂ ਸਾਡੇ ਤੋਂ ਬਾਅਦ ਹੋਰ ਬੜਾ ਲੰਮਾ ਸਮਾਂ ਰਹਿਣਾ ਹੈ, ਇਸ ਤੇ ਕਾਹਲੀ ਨਹੀਂ ਕਰਨੀ, ਸਰੀਰ ਨਹੀਂ ਛੱਡਣਾ। ਭਾਵ ਤੁਸੀਂ ਸਾਡੇ ਵਿਜੋਗ ਵਿੱਚ ਸਰੀਰ ਨਾ ਛੱਡ ਦਿਆ ਜੇ, ਬਲਕਿ ਪਰਿਵਾਰ ਦੀ, ਆਉਣ ਵਾਲੇ ਬੱਚਿਆਂ ਪੋਤਿਆਂ ਦੀ ਸੰਭਾਲ ਕਰਨੀ ਹੈ ਤੁਸੀਂ। ਹਾਂਜੀ, ਸ਼ਾਦੀ ਕਰੋ ਆਨੰਦ ਵਿਸ਼ੇਖ। ਆ ਬੜੀਆਂ ਖੁਸ਼ੀਆਂ ਵੇਖਣੀਆਂ ਨੇ ਹਰਗੋਬਿੰਦ ਦੇ ਪਰਿਵਾਰ ਦੀਆਂ, ਤੁਸੀਂ ਖੁਸ਼ੀਆਂ ਵੇਖਣੀਆਂ ਨੇ, ਬੱਚਿਆਂ ਦੇ ਵਿਆਹ ਤੱਕ ਵੀ ਦੇਖਣੇ ਨੇ। ਅੰਤ ਸਮਾਂ ਹੋਏ ਪ੍ਰਾਪਤ ਜਬੈ। ਜਦੋਂ ਸਮਾਂ ਆਵੇਗਾ ਸਰੀਰ ਦਾ ਛੁੱਟਣ ਦਾ, ਉਦੋਂ ਤੁਸੀਂ ਸਾਡੇ ਕੋਲ ਆ ਜਾਣਾ। ਤੁਹਾਡੇ ਵਾਸਤੇ ਸੱਚਖੰਡ ਦੇ ਦਰਵਾਜ਼ੇ ਖੁੱਲ੍ਹੇ ਰਹਿਣੇ ਨੇ ਗੰਗਾ ਜੀ। ਤੁਹਾਡੀ ਆਤਮਾ ਨੂੰ ਸਾਡੇ ਚਰਨਾਂ ਵਿੱਚ ਹੀ ਥਾਂ ਮਿਲਣੀ ਹੈ। ਹਾਂਜੀ, ਹਮ ਸੋ ਮਿਲਹਿ ਆਨ ਤੂੰ ਤਬੈ। ਮਹਾਰਾਜ ਕਹਿੰਦੇ ਗੰਗਾ ਤੂੰ ਸਾਡੇ ਕੋਲ ਹੀ ਆਏਗੀ, ਸਾਨੂੰ ਹੀ ਮਿਲੇਗੀ ਸੱਚਖੰਡ ਵਿੱਚ। ਗੰਗਾ ਸੁਣੀ ਅਚਾਨਕ ਬਾਤੀ। ਇਹ ਅਚਾਨਕ ਗੱਲਾਂ ਮਹਾਰਾਜ ਦੇ ਮੂੰਹ ਤੋਂ ਜਦੋਂ ਮਾਤਾ ਗੰਗਾ ਜੀ ਨੇ ਸੁਣੀਆਂ, ਕਮਲ ਬਿਲੋਚਨ ਅਸਰ ਪਾਤੀ। ਮਾਤਾ ਗੰਗਾ ਦਾ ਉਸੇ ਵੇਲੇ ਗੱਚ ਭਰ ਆਇਆ, ਗਲਾ ਭਰ ਗਿਆ ਤੇ ਅੱਖਾਂ ਚੋਂ ਹੰਝੂ ਵਗਣ ਲੱਗ ਪਏ। ਇਹ ਕਿਵੇਂ ਕਹੀ ਆਪ ਨੇ ਬਾਣੀ। ਇੱਕਦਮ ਹੈਰਾਨ ਜੀ ਹੋ ਕੇ ਮਾਤਾ ਗੰਗਾ ਕਹਿੰਦੀ, ਸੱਚੇ ਪਾਤਸ਼ਾਹ ਤੁਸੀਂ ਇਹ ਕੀ ਬਚਨ ਕਹਿ ਦਿੱਤਾ? ਇਹ ਬਾਣੀ ਆਪ ਜੀ ਨੇ ਕੀ ਫਰਮਾਈ ਹੈ? ਦੇਖਨ ਤਰਤਨ ਰਾਜ ਸਮਾਨੀ। ਇਹ ਤਾਂ ਮੈਨੂੰ ਤੁਹਾਡੇ ਬਚਨ ਏਦਾਂ ਤੀਰ ਦੀ ਤਰ੍ਹਾਂ ਵੱਜੇ ਨੇ ਕਾਲਜੇ ਵਿੱਚ, ਜਿਵੇਂ ਤਿੱਖਾ ਕੋਈ ਤੀਰ ਨਿਰਾਚ ਕਿਸੇ ਨੇ ਅੱਗ ਦੇ ਵਿੱਚ ਲਾਲ ਕਰਕੇ ਤੀਰ ਮਾਰਿਆ ਹੋਵੇ, ਗਰਮ ਕਰਕੇ ਸਾੜਨ ਵਾਲਾ। ਇਹਨੇ ਤਾਂ ਮੇਰਾ ਹਿਰਦਾ ਸਾੜ ਦਿੱਤਾ। ਇਹ ਗੱਲ ਮਹਾਰਾਜ ਮੇਰੇ ਕੰਨਾਂ ਵਿੱਚ ਪਈ ਤੁਹਾਡੀ, ਮੈਥੋਂ ਜਰੀ ਨਹੀਂ ਗਈ। ਹਾਂਜੀ, ਇਹ ਤੁਹਾਡਾ ਜਿਹੜਾ ਬਚਨ ਹੈ ਇਹਨੇ ਮੇਰੇ ਕੰਨਾਂ ਦੇ ਵਿੱਚੋਂ ਦੀ ਵੜ ਕੇ ਤੇ ਮੇਰੇ ਕਾਲਜੇ ਨੂੰ ਚੀਰਿਆ ਹੈ, ਜਿਵੇਂ ਤੀਰ ਵੱਜਾ ਹੋਵੇ ਕੰਨਾਂ ਦੇ ਰਾਹੀਂ ਤੇ ਗਿਆ ਹੋਵੇ ਕਾਲਜੇ ਤੱਕ। ਹਾਂਜੀ, ਹੇ ਮਹਾਰਾਜ ਇਹ ਕਿਹੋ ਜਿਹੇ ਵਿਚਾਰ ਦੇ ਰਹੇ ਹੋ, ਕਿਹੋ ਜਿਹੇ ਬਚਨ ਕਰ ਰਹੇ ਹੋ, ਏਦਾਂ ਦੇ ਬਚਨ ਕਿਉਂ ਕਰਦੇ ਹੋ? ਅੱਗੇ ਵੀ ਆਪ ਕਿੰਨੀ ਵਾਰੀ ਲਾਹੌਰ ਗਏ ਹੋ, ਲਾਹੌਰ ਆ ਨੇੜੇ ਹੀ ਹੈ, ਤੁਹਾਡਾ ਜੱਦੀ ਘਰ ਹੈ, ਉੱਥੇ ਆਪਣਾ ਖਾਨਦਾਨੀ ਪਰਿਵਾਰ ਦਾ ਉੱਥੇ ਮਕਾਨ ਹੈ। ਤੁਸੀਂ ਹਰ ਸਾਲ 6 ਮਹੀਨੇ 'ਚ ਉੱਥੇ ਜਾਂਦੇ ਰਹਿੰਦੇ ਹੋ, ਆਉਂਦੇ ਰਹਿੰਦੇ ਹੋ। ਕਈ ਵਾਰ ਲਾਹੌਰ ਗਏ, ਕਈ ਵਾਰੀ ਆਏ। ਏਦਾਂ ਦਾ ਨਹੀਂ ਕਦੀ ਕੀਤਾ ਬਈ ਹੁਣ ਆਉਣਾ ਹੀ ਨਹੀਂ। ਹਾਂਜੀ, ਤਰਨ ਬਖਾਨਤ ਆਪੂ। ਮੈਨੂੰ ਧੀਰਜ ਨੂੰ ਕਹਿੰਦੇ ਹੋ ਵੀ ਧੀਰਜ ਰੱਖੋ, ਮੈਂ ਕਿਵੇਂ ਧੀਰਜ ਰੱਖ ਲਵਾਂ? ਇਹ ਕੋਈ ਗੱਲ ਧੀਰਜ ਰੱਖਣ ਵਾਲੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਮਹਾਰਾਜ? ਹਾਂਜੀ, ਜਿਸ ਤੇ ਇਸ ਜੁਤ ਆਨੰਦ ਖਾਪੂ। ਮੇਰੇ ਮਨ ਦੀ ਸ਼ਾਂਤੀ, ਮੇਰੇ ਮਨ ਦਾ ਸੁੱਖ, ਮੇਰੇ ਮਨ ਦੀਆਂ ਖੁਸ਼ੀਆਂ ਸਾਰੀਆਂ ਖਤਮ ਹੋ ਗਈਆਂ। ਇਸ ਗੱਲ ਨੂੰ ਸੁਣ ਕੇ ਮੇਰਾ ਕਾਲਜਾ ਵਿੰਨਿਆ ਗਿਆ। ਗੁਰੂ ਜੀ ਆਪ ਕੀ ਬਚਨ ਕਰ ਰਹੇ ਹੋ? ਇਸ ਤਰ੍ਹਾਂ ਦਾ ਧੀਰਜ ਵਾਲਾ ਬਚਨ ਥੋੜਾ ਹੈ, ਮੇਰੇ ਤੋਂ ਧੀਰਜ ਨਹੀਂ ਰੱਖੀ ਜਾਂਦੀ। ਹਾਂਜੀ, ਸਭ ਸੰਗਤ ਕੇ ਸਹਿਤ ਕੁਟੰਬੂ। ਇਹ ਮਹਾਰਾਜ ਇਹ ਸਾਰਾ ਪਰਿਵਾਰ ਤੇ ਸਾਰੀ ਸੰਗਤ ਕਿਹਦੇ ਆਸਰੇ ਤੇ ਰਹੇਗੀ? ਤੁਹਾਡੇ ਤੋਂ ਬਿਨਾਂ ਸਾਡਾ ਇਸ ਦੁਨੀਆ ਤੇ ਕੌਣ ਹੈ ਸੱਚੇ ਪਾਤਸ਼ਾਹ?
ਜਿਹੜਾ ਸਾਨੂੰ ਕੋਈ ਵਾਲੀ ਵਾਰਸ ਬਣੇ, ਸਾਡੀ ਕੋਈ ਬਾਂਹ ਫੜੇ, ਤੁਸੀਂ ਹੋ ਸਾਡੇ ਆਸਰੇ। ਹਾਂਜੀ, ਕਰਨ ਸ਼੍ਰੇਯ ਕੇ ਆਪ ਅਲੰਭੂ, ਸਾਡਾ ਕਲਿਆਣ ਕਰਨਾ, ਸਾਡਾ ਭਲਾ ਕਰਨਾ, ਸਾਡਾ ਸ਼੍ਰੇਯ ਕਰਨਾ, ਇਹ ਸਿਰਫ ਤੇ ਸਿਰਫ ਤੁਹਾਡੇ ਵੱਸ ਹੈ। ਤੁਹਾਡੇ ਤੋਂ ਬਿਨਾਂ ਸਾਨੂੰ ਕੌਣ ਸਾਂਭੇਗਾ? ਇਹ ਹਰਗੋਬਿੰਦ ਛੋਟਾ ਬੱਚਾ ਹੈ, 11 ਸਾਲਾਂ ਦਾ ਵਿਚਾਰਾ, ਅਜੇ ਤਾਂ ਗੋਦ ਵਿੱਚ ਹੈ, ਤੇ ਤੁਸੀਂ ਐਡਾ ਭਾਰ ਉਹਦੇ ਤੇ ਪਾ ਰਹੇ ਹੋ। ਸ਼੍ਰੀ ਹਰਗੋਬਿੰਦ ਬਾਲਕ ਦਾਸਾ, ਸ੍ਰੀ ਹਰਗੋਬਿੰਦ ਜੀ ਅਜੇ ਬਾਲਕ ਹਨ। ਠੀਕ ਹੈ ਵੀ ਉਹਨਾਂ ਨੂੰ ਤੁਹਾਡੀ ਕਿਰਪਾ ਹੈ, ਬੜੀ ਸੋਝੀ ਵਾਲੇ ਹਨ, ਪਰ ਉਮਰ ਤਾਂ ਬੱਚਿਆਂ ਵਾਲੀ ਹੈ ਨਾ, ਤੇ ਉਸ ਬਾਲਕ ਨੂੰ ਅਨਾਥ ਕਰਕੇ ਤੁਸੀਂ ਕਿੱਥੇ ਚੱਲੇ ਹੋ? ਹਾਂਜੀ, ਆਪ ਜਨਾਵਤ ਕਾਰਜ ਕੈਸਾ, ਆਪ ਕਿਹੋ ਜਿਹੇ ਕੰਮ ਤੇ ਚੱਲੇ ਹੋ, ਕਿਹੋ ਜਿਹੀ ਜ਼ਿੰਮੇਵਾਰੀ ਉਹਨੂੰ ਦੇ ਕੇ ਚੱਲੇ ਹੋ? ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ ਸੱਚੇ ਪਾਤਸ਼ਾਹ ਸੁਆਮੀ ਜੀ। ਸ਼ਤਰੂ ਗਨ ਸਭ ਰਚਤ ਉਪਾਇਆ, ਹੇ ਪਤੀ ਦੇਵ, ਵੈਰੀ ਤੇ ਗੁਰੂ ਘਰ ਦੇ ਸਿਰ ਤੇ ਚੜੇ ਹੁੰਦੇ ਨੇ, ਬੜੇ ਭੈੜੇ ਭੈੜੇ ਉਪਾਅ ਕਰਦੇ ਨੇ, ਦੁਸ਼ਮਣ ਸਾਰੇ ਪਾਸੇ ਛਾਏ ਹੋਏ ਨੇ। ਇਸ ਵੇਲੇ ਸਾਡਾ ਤੁਹਾਡੇ ਤੋਂ ਬਿਨਾਂ ਕੌਣ ਬਣੇਗਾ? ਹਾਂਜੀ, ਨੀਠ ਨੀਠ ਨਿਜ ਨੰਦ ਬਚਾਇਆ, ਹਾਂ ਦੇਖੋ ਕਿੰਨੀਆਂ ਮੁਸੀਬਤਾਂ ਚੋਂ ਸਾਹਿਬਜ਼ਾਦਾ ਲੰਘਿਆ, ਕਿੰਨੇ ਵੈਰੀਆਂ ਨੇ ਮਾਰਨ ਦੇ ਯਤਨ ਕੀਤੇ ਨੇ, ਇਹਨੂੰ ਖਤਮ ਕਰਨ ਦੇ ਲਈ ਜ਼ਹਿਰ ਤੱਕ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ, ਸੱਪ ਲੜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ, ਹੋਰ ਕਿੰਨੀਆਂ ਕਿੰਨੀਆਂ ਆਫਤਾਂ ਆਈਆਂ, ਕਿੰਨੀਆਂ ਕੁ ਮੁਸੀਬਤਾਂ ਆਈਆਂ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਰੱਖੀ, ਮੇਰਾ ਬੱਚਾ ਅਜੇ ਰਾਜੀ ਹੈ, ਸੁੱਖ ਸ਼ਾਂਤ ਨਾਲ ਹੈ, ਠੀਕ ਠਾਕ ਹੈ, ਪਰ ਦੁਸ਼ਮਣਾਂ ਵੱਲੋਂ ਤਾਂ ਕੋਈ ਕਸਰ ਨਹੀਂ ਨਾ ਛੱਡੀ ਗਈ। ਜਿਹੜੇ ਵੈਰੀ ਜਾਨ ਲੈਣ ਤੱਕ ਜਾਂਦੇ ਨੇ, ਉਹਨਾਂ ਤੋਂ ਮਹਾਰਾਜ ਸਾਡੀ ਰੱਖਿਆ ਕੌਣ ਕਰੇਗਾ? ਤੁਮ ਸਮਰੱਥ ਹੋ ਨਿਤ ਸਭ ਭਾਤੀ, ਹੇ ਸੱਚੇ ਪਾਤਸ਼ਾਹ, ਤੁਸੀਂ ਹਰ ਤਰ੍ਹਾਂ ਨਾਲ ਸਮਰੱਥ ਹੋ, ਹਰ ਤਰ੍ਹਾਂ ਨਾਲ ਤੁਸੀਂ ਪੂਰੇ ਹੋ, ਹਰ ਕੰਮ ਤੁਸੀਂ ਕਰ ਸਕਦੇ ਹੋ। ਤੁਹਾਨੂੰ ਮਹਾਰਾਜ ਪਰਮੇਸ਼ਰ ਦਾ ਹੀ ਰੂਪ ਸਮਝਿਆ ਜਾਂਦਾ। ਮੇਰੇ ਵਾਸਤੇ ਤਾਂ ਤੁਸੀਂ ਪਰਮੇਸ਼ਰ ਹੋ, ਤੁਸੀਂ ਹੈ ਹੀ ਪਰਮੇਸ਼ਰ ਹੋ। ਗੁਰੂ ਨਾਨਕ ਸਾਹਿਬ ਦੀ ਜੋਤ ਹੈ ਤੁਹਾਡੇ ਅੰਦਰ। ਹਾਂਜੀ, ਕੌਣ ਆਸਰੋ ਗਹਿ ਪਛਾਤੀ, ਤੁਹਾਡੇ ਤੋਂ ਬਿਨਾਂ ਅਸੀਂ ਕਿਹਦਾ ਆਸਰਾ ਫੜਾਂਗੇ? ਤੁਹਾਡੇ ਤੋਂ ਪਿੱਛੇ ਸਾਡਾ ਕੀ ਬਣੇਗਾ? ਹਾਂਜੀ, ਸ਼੍ਰੀ ਅਰਜਨ ਜੀ ਪੁਨਹ ਬਖਾਨੀ, ਸ੍ਰੀ ਮਾਤਾ ਗੰਗਾ ਜੀ ਦੀ ਇਹ ਗੱਲ ਸੁਣ ਕੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਅਸ ਚਿੰਤਾ ਕਿਮ ਚਿਤ ਮਹਿ ਠਾਨੀ, ਮਹਾਰਾਜ ਕਹਿੰਦੇ ਗੰਗਾ ਜੀ, ਇਹੋ ਜਿਹੀ ਚਿੰਤਾ ਤੁਸੀਂ ਕਿਉਂ ਕਰਨ ਲੱਗੇ ਹੋ? ਇਹ ਚਿੰਤਾ ਨਹੀਂ ਕਰਨੀ, ਇਹ ਫਿਕਰ ਨਹੀਂ ਕਰਨਾ ਤੁਸੀਂ। ਹਾਂਜੀ, ਸ਼੍ਰੀ ਨਾਨਕ ਸਮਰੱਥ ਜਗਨਾਥਾ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੇ ਜਗਤ ਦੇ ਮਾਲਕ ਹਨ, ਸਾਰੀ ਸ੍ਰਿਸ਼ਟੀ ਦੇ ਸੁਆਮੀ ਹਨ, ਔਰ ਸਭ ਕੁਝ ਉਹਨਾਂ ਦੇ ਹੱਥ ਵਿੱਚ ਹੈ। ਹਾਂਜੀ, ਤਿਨ ਕੋ ਅਹ ਮਾਥ ਪਰ ਹਾਥਾ, ਉਹਨਾਂ ਦਾ ਹੱਥ ਹਰਗੋਬਿੰਦ ਦੇ ਸਿਰ ਤੇ ਹੈ, ਉਹਨਾਂ ਦੀ ਮਿਹਰ ਤੁਹਾਡੇ ਉੱਤੇ ਹੈ, ਉਹਨਾਂ ਦੀ ਕਿਰਪਾ ਇਸ ਪੰਥ ਉੱਤੇ ਹੈ। ਇਹ ਪੰਥ ਗੁਰੂ ਨਾਨਕ ਦਾ ਹੈ, ਇਹਦੀ ਰਾਖੀ ਗੁਰੂ ਨਾਨਕ ਨੇ ਆਪ ਹੀ ਕਰਨੀ ਹੈ। ਹਾਂਜੀ, ਸਦਾ ਸਹਾਇਕ ਬਿਗਨ ਨਸਾਇਕ, ਗੁਰੂ ਨਾਨਕ ਸਾਡੇ ਅੰਗ ਸੰਗ ਹਨ, ਉਹ ਸਾਰੇ ਬਿਘਨਾਂ ਨੂੰ ਦੂਰ ਕਰਨ ਵਾਲੇ ਤੇ ਦੁੱਖਾਂ ਦਾ ਨਾਸ਼ ਕਰਨ ਵਾਲੇ, ਸੁੱਖਾਂ ਦਾ ਪ੍ਰਕਾਸ਼ ਕਰਨ ਵਾਲੇ ਹਨ। ਪ੍ਰਭ ਬਿਸਾਲ ਗਨ ਸ਼ਤਰਨ ਕਾਇਕ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਤਰੂਆਂ ਦਾ, ਦੁਸ਼ਟਾਂ ਦਾ, ਪਾਪੀਆਂ ਦਾ ਆਪ ਹੀ ਨਾਸ਼ ਕਰਨਗੇ, ਆਪ ਹੀ ਆਪਣੀ ਸੰਗਤ ਦੀ ਬੌੜੀ ਕਰਨਗੇ। ਗੁਰ ਪ੍ਰਤਾਪ ਤੇ ਹਰਗੋਬਿੰਦ, ਗੁਰੂ ਨਾਨਕ ਦੀ ਕਿਰਪਾ ਨਾਲ ਹਰਗੋਬਿੰਦ ਦੀ ਚੜ੍ਹਦੀ ਕਲਾ ਰਹੇਗੀ। ਹਰਗੋਬਿੰਦ ਦਾ ਬੜਾ ਪ੍ਰਤਾਪ ਹੋਵੇਗਾ, ਰਾਜਿਆਂ ਮਹਾਰਾਜਿਆਂ ਤੋਂ ਉੱਚੀ ਸ਼ਾਨ ਹੋਵੇਗੀ ਹਰਗੋਬਿੰਦ ਦੀ। ਹਾਂਜੀ, ਦਿਨ ਪ੍ਰਤ ਇਨਕੋ ਤੇਜ ਬਿਲੰਦ, ਤੂੰ ਦੇਖੀ ਗੰਗਾ, ਤੇਰਾ ਪੁੱਤਰ ਬਾਦਸ਼ਾਹ ਦਾ ਬਾਦਸ਼ਾਹ ਹੋਵੇਗਾ, ਇਹਦਾ ਤੇਜ ਪ੍ਰਤਾਪ ਬੜਾ ਵਧੇਗਾ, ਇਹਦਾ ਜਾਹੋ ਜਲਾਲ ਕਿਸੇ ਤੋਂ ਝੱਲਿਆ ਨਹੀਂ ਜਾਵੇਗਾ, ਇਹ ਮੀਰੀਆਂ ਪੀਰੀਆਂ ਦਾ ਮਾਲਕ ਹੋਵੇਗਾ। ਹਾਂਜੀ, ਅਪਰ ਨ ਕੀਜੈ ਚਿਤ ਦੁਚਤਾਈ, ਹੇ ਗੰਗਾ, ਹੋਰ ਚਿੰਤਾ ਚ ਨਾ ਪੈ, ਹੋਰ ਦੁਬਿਧਾ ਚ ਨਾ ਪੈ। ਬੇਦੀ ਕੁਲ ਕੇ ਤਿਲਕ ਸਹਾਈ, ਬੇਦੀ ਕੁਲ ਦੇ ਤਿਲਕ ਸ੍ਰੀ ਗੁਰੂ ਨਾਨਕ ਦੇਵ ਜੀ ਹਰਗੋਬਿੰਦ ਦੇ ਨਾਲ ਰਹਿਣਗੇ।
ਉਹਨਾਂ ਦਾ ਹੱਥ ਸਿਰ ਤੇ ਰਹੇਗਾ। ਹਾਂਜੀ, ਅਸ ਕਹਿ ਕਰਨਾ ਤਾਰਨ ਹਾਰਾ। ਏਦਾਂ ਕਹਿ ਕੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਆਪਣੀ ਧਰਮ ਪਤਨੀ ਮਾਤਾ ਜੀ ਗੰਗਾ ਜੀ ਵੱਲ ਮਿਹਰ ਦ੍ਰਿਸ਼ਟੀ ਕੀਤੀ। ਔਰ ਗੰਗਾ ਕੇ ਮੋਹ ਬਿਦਾਰਾ। ਜਿਹੜਾ ਮਨ 'ਚ ਮੋਹ ਪੈਦਾ ਹੋਇਆ ਸੀ ਦੂਰ ਕਰ ਦਿੱਤਾ, ਕਿਰਪਾ ਕਰਕੇ ਬਖਸ਼ਿਸ਼ ਕਰਕੇ ਮਨ ਨੂੰ ਸ਼ਾਂਤੀ ਦਿੱਤੀ। ਮਾਤਾ ਗੰਗਾ ਜੀ ਵੀ ਕਿਉਂਕਿ ਬ੍ਰਹਮ ਗਿਆਨੀ ਸਨ, ਰੋਜ਼ ਸਾਧ ਸੰਗਤ ਜੀ ਮਾਤਾ ਗੰਗਾ ਜੀ ਦਾ 5 ਗ੍ਰੰਥੀ ਦਾ ਨਿਤਨੇਮ ਪਹਿਲਾਂ ਸੁਖਮਨੀ ਸਾਹਿਬ ਪੜ੍ਹਿਆ ਕਰਦੇ, ਸਜਪਤੀ ਸਾਹਿਬ ਪੜ੍ਹਿਆ ਕਰਦੇ, ਬਾਣੀ ਪੜ੍ਹਦੇ। ਫਿਰ ਮਹਾਰਾਜ ਨੇ 52 ਅੱਖਰੀ ਜਿਹੜੀ ਬਾਣੀ ਉਚਾਰੀ ਹੈ ਨਾ, ਇਹ ਮਾਤਾ ਗੰਗਾ ਜੀ ਵਾਸਤੇ ਸਪੈਸ਼ਲ ਉਚਾਰੀ ਸੀ ਵੀ ਗੰਗਾ ਜੀ ਤੁਸੀਂ ਰੋਜ਼ ਇਹਦਾ ਨਿਤਨੇਮ ਕਰਿਆ ਕਰੋ। ਮਾਤਾ ਗੰਗਾ ਜੀ 52 ਅੱਖਰੀ ਬਾਣੀ ਦਾ ਨੇਮ ਨਾਲ ਪਾਠ ਕਰਿਆ ਕਰਦੇ ਸਨ। ਹੋਰ ਵੀ ਬਾਣੀ ਪੜ੍ਹਦੇ ਰਹਿੰਦੇ, ਸੇਵਾ ਕਰਦੇ, ਸਿਮਰਨ ਕਰਦੇ, ਲੰਗਰ ਵਿੱਚ ਆਪ ਭਾਂਡੇ ਮਾਂਜਣੇ, ਆਪ ਦੇਗ ਲੰਗਰ ਤਿਆਰ ਕਰਨੀ, ਆਪ ਸੰਗਤਾਂ ਨੂੰ ਆਪਣੇ ਹੱਥੀਂ ਛਕਾਉਣਾ। ਮਾਤਾ ਗੰਗਾ ਜੀ ਸੇਵਾ ਦੀ ਸਿਮਰਨ ਦੀ ਮੂਰਤੀ ਸਨ। ਹਾਂਜੀ, ਪ੍ਰਾਪਤ ਭਇਓ ਗਿਆਨ ਸੁਖਦਾਨੀ। ਮਾਤਾ ਗੰਗਾ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ। ਹਾਂਜੀ, ਜਿਵੇਂ ਪਤ ਕਹਿਤ ਸਾਚ ਤਿਮ ਜਾਨੀ। ਜਿਵੇਂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਸੱਚ ਹੀ ਹੋਣਾ ਹੈ, ਉਹਨਾਂ ਦੇ ਵਚਨਾਂ ਤੇ ਵਿਸ਼ਵਾਸ ਮਾਤਾ ਗੰਗਾ ਜੀ ਨੂੰ ਆ ਗਿਆ। ਕਰ ਕੋ ਜੋਰਤ ਬਾਕ ਬਖਾਨਾ। ਫਿਰ ਮਾਤਾ ਗੰਗਾ ਨੇ ਹੱਥ ਜੋੜ ਕੇ ਬੇਨਤੀ ਕੀਤੀ, ਜਥਾ ਜੋਗ ਸੋ ਕ੍ਰਿਤ ਤੁਮ ਠਾਨਾ। हे ਮਹਾਰਾਜ, ਜੋ ਤੁਸੀਂ ਕਰ ਰਹੇ ਹੋ ਠੀਕ ਹੈ, ਤੁਹਾਡੇ ਕੀਤੇ ਤੇ ਮੈਨੂੰ ਕੋਈ ਕਿੰਤੂ ਨਹੀਂ, ਕਿਉਂਕਿ ਮਹਾਂਪੁਰਸ਼ ਅਵਤਾਰੀ ਪੁਰਸ਼ ਜੋ ਸੰਸਾਰ ਤੇ ਆਉਂਦੇ ਨੇ ਉਹ ਉਹੀ ਕੁਝ ਕਰਦੇ ਨੇ ਜਿਹੜਾ ਅਕਾਲ ਪੁਰਖ ਵੱਲੋਂ ਹੁਕਮ ਹੁੰਦਾ। ਕੋਈ ਗਲਤ ਕੰਮ ਨਹੀਂ ਕਰਦੇ, ਉਹਨਾਂ ਦੇ ਹਰ ਕੰਮ 'ਚ ਭਲਾਈ ਹੁੰਦੀ ਹੈ, ਚੰਗਿਆਈ ਹੁੰਦੀ ਹੈ। ਤੁਸੀਂ ਜੋ ਵੀ ਕਰੋਗੇ ਭਲਾ ਹੀ ਕਰੋਗੇ। ਤੁਮ ਤੇ ਅਪਰ ਨ ਸਿਆਣੋ ਕੋਈ। ਤੁਹਾਡੇ ਤੋਂ ਸਿਆਣਾ ਤਾਂ ਸੱਚੇ ਪਾਤਸ਼ਾਹ ਇਸ ਦੁਨੀਆ ਤੇ ਕੋਈ ਹੈ ਨਹੀਂ। ਸਰਵ ਕਲਾ ਸਮਰੱਥ, ਸਰਬੱਗ, ਅੰਤਰਜਾਮੀ, ਘਟ ਘਟ ਦੀ ਜਾਣਨ ਵਾਲੇ ਤੁਸੀਂ ਹੋ। ਜੋ ਆਛੀ ਹੋਏ ਪਖ ਹੋ ਸੋਈ। ਜੋ ਗੱਲ 'ਚ ਸਹੀ ਹੋਣੀ ਤੁਸੀਂ ਉਹੀ ਕਹਿਣੀ ਹੈ। ਜੋ ਤੁਸੀਂ ਕਹਿ ਰਹੇ ਹੋ ਠੀਕ ਕਹਿ ਰਹੇ ਹੋ, ਤੇ ਜੋ ਤੁਸੀਂ ਕਰੋਗੇ ਉਹ ਵੀ ਠੀਕ ਹੀ ਕਰੋਗੇ। ਇਮ ਸੰਪਾਖਨ ਕਰ ਕਰ ਸੋਏ। ਇਸ ਤਰ੍ਹਾਂ ਮਾਤਾ ਗੰਗਾ ਜੀ ਤੇ ਗੁਰੂ ਅਰਜਨ ਦੇਵ ਜੀ ਆਪਸ ਵਿੱਚ ਬਚਨ ਕਰਕੇ ਸਤਿਗੁਰੂ ਜੀ ਆਪਣੇ ਪਲੰਘ ਤੇ ਬਿਰਾਜਮਾਨ ਹੋ ਗਏ, ਸੌਂ ਗਏ। ਜਾਮ ਜਾਮਨੀ ਜਾਗਰਨ ਹੋਏ। ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦੀ ਗੁਰੂ ਜੀ ਜਾਗੇ ਹਨ, ਉੱਠੇ ਹਨ। ਕਿਰਿਆ ਇਸ਼ਨਾਨ ਆਦਿ ਸਭ ਕਰੀ। ਅੰਮ੍ਰਿਤ ਵੇਲੇ ਦੀ ਜਿਹੜੀ ਕਿਰਿਆ ਇਸ਼ਨਾਨ ਦੀ ਉਹ ਸਾਰੀ ਕੀਤੀ ਹੈ। ਬਹੁਰ ਸਮਾਧ ਰੂਪ ਨਿਜ ਧਰੀ। ਫਿਰ ਸਮਾਧੀ ਲਾਈ, ਆਪਣੇ ਸਰੂਪ ਦੇ ਵਿੱਚ ਲਿਵ ਲੀਨਤਾ ਕੀਤੀ ਹੈ। ਜਬ ਪ੍ਰਕਾਸ਼ ਰਵ ਕੋ ਹੋਏ ਆਇਓ। ਜਦੋਂ ਸਾਧ ਸੰਗਤ ਜੀ ਸੂਰਜ ਚੜ ਗਿਆ, ਚੜਨ ਹੇਤ ਖਾਸਾ ਮੰਗਵਾਇਓ। ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਜਾਣ ਨੂੰ ਤਿਆਰੀ ਕੀਤੀ, ਆਪਣੀ ਪਾਲਕੀ ਮੰਗਵਾਈ ਹੈ। ਖਾਸਾ ਉਹ ਜਿਹੜੀ ਪਾਲਕੀ ਮੋਢੇ ਤੇ ਚੁੱਕ ਕੇ ਸਿੱਖ ਲੈ ਜਾਂਦੇ ਨੇ, ਉਹ ਸਤਿਗੁਰੂ ਜੀ ਨੇ ਖਾਸਾ ਮੰਗਵਾਇਆ ਹੈ। ਪੰਜ ਸਿੱਖ ਲੈ ਆਪਣੇ ਸਾਥ। 5 ਗੁਰਸਿੱਖਾਂ ਨੂੰ ਆਪਣੇ ਨਾਲ ਲਿਆ। 5 ਮਹਾਂਪੁਰਸ਼ ਬ੍ਰਹਮ ਗਿਆਨੀ ਗੁਰਸਿੱਖ ਗੁਰੂ ਸਾਹਿਬ ਦੇ ਨਾਲ ਗਏ ਨੇ। ਕੀਨ ਅਰੁਡਨ ਅਰਜਨ ਨਾਥ। 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਪਾਲਕੀ 'ਚ ਸਵਾਰ ਹੋਏ ਨੇ ਤੇ 5 ਗੁਰਸਿੱਖ ਨਾਲ ਚੱਲ ਪਏ ਨੇ। ਵਿਦਿਆ ਜੇਠਾ ਲੰਗ ਪਿਰਾਣਾ। ਇਹ ਕਿਹੜੇ ਕਿਹੜੇ ਮਹਾਂਪੁਰਸ਼ ਸਨ? ਭਾਈ ਸਾਹਿਬ ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਚੌਧਰੀ ਲੰਗਾ ਜੀ ਤੇ ਚੌਥੇ ਭਾਈ ਪਿਰਾਣਾ ਜੀ ਸਨ। ਪੰਚਮ ਪੈੜਾ ਸੰਗ ਪਿਆਣਾ। 5ਵਾਂ ਸਿੱਖ ਭਾਈ ਪੈੜਾ ਸੀ। ਵਿਧੀ ਚੰਦ ਜੇਠਾ ਜੀ, ਲੰਗਾ ਜੀ, ਪਿਰਾਣਾ ਜੀ ਤੇ ਪੈੜਾ ਜੀ, ਇਹ 5 ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਨੇ ਗੁਰਸਿੱਖ ਜਿਹੜੇ ਨਾਲ ਗੁਰੂ ਸਾਹਿਬ ਦੇ ਚੱਲੇ ਨੇ। ਹਾਂਜੀ, ਅਪਰ ਸਰਬਤ ਦਾ ਧੀਰਜ ਤਿਆਗੇ। ਬਾਕੀ ਸਾਰੀ ਸੰਗਤ ਨਾਲ ਜਾਣਾ ਚਾਹੁੰਦੀ ਸੀ। ਮਹਾਰਾਜ ਨੇ ਆਖਿਆ ਨਾ ਭਾਈ, ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਕੇ ਕੀਰਤਨ ਭਜਨ ਕਰੋ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੋ, ਬਾਣੀ ਪੜ੍ਹੋ, ਭਾਣਾ ਮੰਨੋ, ਜੋ ਵਾਹਿਗੁਰੂ ਦਾ ਹੁਕਮ ਹੋਏਗਾ ਤੁਹਾਨੂੰ ਪਤਾ ਲੱਗ ਜਾਏਗਾ। ਹਾਂਜੀ, ਸਦਾਸਰ ਸੇਵਾ ਲਾਗੇ। ਮਹਾਰਾਜ ਕਹਿੰਦੇ ਅੰਮ੍ਰਿਤਸਰ ਦੀ ਸੇਵਾ ਕਰੋ, ਸਰੋਵਰ ਦੀ ਸੇਵਾ, ਹਰਿਮੰਦਰ ਸਾਹਿਬ ਦੀ ਸੇਵਾ, ਲੰਗਰ ਦੀ ਸੇਵਾ,
ਇਹ ਕਰੋ, ਆਪਣਾ ਜੀਵਨ ਸਫਲਾ ਕਰੋ। ਹਾਂਜੀ। ਸ਼੍ਰੀ ਹਰਿਗੋਬਿੰਦ ਸੰਗਤ ਸੁਦੀਵਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਗੁਰੂ ਹਨ। ਇਹਨਾਂ ਦੇ ਭਾਣੇ ਵਿੱਚ, ਇਹਨਾਂ ਦੇ ਹੁਕਮ ਵਿੱਚ ਰਹਿਣਾ ਹੈ। ਹਾਂਜੀ। ਦਰਸ਼ਨ ਬਰਸਹੁ ਹਰਖ ਸਿਤਰੀਵਾ। ਸਾਡਾ ਰੂਪ ਸਮਝ ਕੇ ਇਹਨਾਂ ਦੇ ਦਰਸ਼ਨ ਕਰਨੇ ਆ। ਸਾਡੇ ਵਿੱਚ ਇਹਨਾਂ 'ਚ ਕੋਈ ਫਰਕ ਨਹੀਂ ਹੈ। ਹੁਣ ਗੁਰੂ ਨਾਨਕ ਦੀ ਜੋਤ ਇਹਨਾਂ ਵਿੱਚ ਵਿਰਾਜਮਾਨ ਹੋਈ ਹੈ। ਹਾਂਜੀ। ਨਿਕਸ ਗ੍ਰਹਿ ਤੇ ਸਤਿਗੁਰ ਆਏ। ਗੁਰੂ ਮਹਾਰਾਜ ਆਪਣੇ ਮਹਿਲਾਂ ਤੋਂ ਨਿਕਲ ਕੇ ਆਏ ਹਨ। ਗਏ ਸੁਦਾਸਰ ਕੋ ਦਰਸਾਏ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਤੇ ਪਹੁੰਚੇ ਹਨ। ਹਾਂਜੀ। ਥਲ ਜਾਣਤ ਪਾਉ ਬੜ ਤਾਰਾ। ਆਪਣੇ ਪਿਤਾ ਗੁਰੂ ਰਾਮਦਾਸ ਜੀ ਦੀ ਜਗ੍ਹਾ ਦੇ ਅੰਤਮ ਦਰਸ਼ਨ ਕਰ ਰਹੇ ਨੇ। ਬੜੀ ਭਾਵਨਾ, ਬੜੀ ਸ਼ਰਧਾ ਦੇ ਨਾਲ ਮਹਾਰਾਜ ਨੇ ਇਸ਼ਨਾਨ ਕੀਤਾ ਹੈ ਤੇ ਮੱਥਾ ਟੇਕਿਆ ਹੈ। ਨਮਸਕਾਰ ਕੀਨਸ ਦਰਬਾਰਾ। ਸ੍ਰੀ ਹਰਿਮੰਦਰ ਸਾਹਿਬ ਵਿੱਚ ਜਾ ਕੇ ਦਰਬਾਰ ਸਾਹਿਬ ਦੇ ਅਖੀਰਲੀ ਵਾਰ ਗੁਰੂ ਅਰਜਨ ਦੇਵ ਜੀ ਦਰਸ਼ਨ ਕਰ ਰਹੇ ਨੇ। ਹਾਂਜੀ। ਸਦਾ ਕੀਰਤਨ ਕੀਰਤਨ ਜਾਹਾ। ਇਹ ਉਹ ਅਸਥਾਨ ਹੈ ਜਿੱਥੇ ਹਮੇਸ਼ਾ ਕੀਰਤਨ ਹੁੰਦਾ ਰਹਿੰਦਾ। ਹਰ ਵੇਲੇ ਬਾਣੀ ਪੜ੍ਹੀ ਜਾਂਦੀ ਹੈ, ਹਰ ਵੇਲੇ ਕੀਰਤਨ ਹੁੰਦਾ ਹੈ। ਸ਼੍ਰੀ ਹਰਿਮੰਦਰ ਸੁੰਦਰ ਮਹਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਪਰਮੇਸ਼ਰ ਦਾ ਭਜਨ ਕੀਰਤਨ ਅੱਠੇ ਪੈਰ ਹੋਵੇ, ਉਹ ਹੈ ਹਰ ਜਪੇ ਹਰਿਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ। ਹਾਂਜੀ। ਕਰੀ ਪ੍ਰਕਰਮਾ ਪਿਤਾ ਨੇ ਹੋਰੇ। ਮਹਾਰਾਜ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾ ਕਰ ਰਹੇ ਨੇ ਗੁਰੂ ਅਰਜਨ ਦੇਵ ਜੀ, ਤੇ ਸਾਹਮਣੇ ਖੜ ਕੇ ਆਪਣੇ ਪਿਤਾ ਨੂੰ ਯਾਦ ਕਰ ਰਹੇ ਗੁਰੂ ਰਾਮਦਾਸ ਜੀ ਨੂੰ। ਹਾਂਜੀ। ਧਰਿਓ ਧਿਆਨ ਬੰਦਤ ਕਰ ਜੋਰੇ। ਪਿਤਾ ਗੁਰੂ ਰਾਮਦਾਸ ਦੇ ਚਰਨਾਂ ਧਿਆਨ ਧਰ ਕੇ ਹੱਥ ਜੋੜ ਕੇ ਅਰਦਾਸ ਕੀਤੀ ਹੈ। ਹਾਂਜੀ। ਨਿਕਸੇ ਵਹਿਰ ਪੰਥ ਤਿਸ ਪਰੇ। ਮੱਥਾ ਟੇਕ ਕੇ ਬਾਹਰ ਆਏ ਨੇ ਤੇ ਪਾਲਕੀ 'ਚ ਬਹਿ ਕੇ ਲਾਹੌਰ ਨੂੰ ਚੱਲ ਪਏ ਨੇ। ਹਾਂਜੀ। ਸਭ ਪਰਦੇਸ਼ ਸਨਮੁਖ ਮੁਖ ਕਰੇ। ਕਹਿੰਦੇ ਗੁਰੂ ਮਹਾਰਾਜ ਦੀ ਨਗਰੀ ਤੋਂ ਲਾਹੌਰ ਵਾਲੇ ਪਾਸੇ ਮੂੰਹ ਕਰ ਲਿਆ, ਲਾਹੌਰ ਨੂੰ ਚੱਲ ਪਏ ਅੰਮ੍ਰਿਤਸਰ ਸਾਹਿਬ ਤੋਂ। ਹਾਂਜੀ। ਸਿੱਖ ਸਕਲ ਜੁਤ ਹਰਿ ਗੋਬਿੰਦ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 11 ਸਾਲ ਦੇ ਹਨ ਤੇ ਨਾਲ ਸੰਗਤਾਂ ਹਨ। ਵਿਦਾ ਹੇਤ ਗਮਨੇ ਨਰ ਬ੍ਰਿੰਦ। ਨਾਲ ਨਾਲ ਪਾਲਕੀ ਦੇ 6ਵੇਂ ਪਾਤਸ਼ਾਹ ਤੁਰੇ ਜਾਂਦੇ ਨੇ ਵਿਦਾ ਕਰਨ ਆਪਣੇ ਪਿਤਾ ਜੀ ਨੂੰ। ਹਾਂਜੀ। ਕਿਤਕ ਦੂਰ ਜਬ ਪਹੁੰਚੇ ਜਾਏ। ਜਦੋਂ ਕੁਝ ਦੂਰ ਜਾ ਪਹੁੰਚੇ ਸ਼ਹਿਰ ਤੋਂ, ਖਰੇ ਪਏ ਸਤਿਗੁਰ ਸੁਖਦਾਈ। ਮਹਾਰਾਜ ਉੱਥੇ ਖੜ ਗਏ ਪੰਜਵੇਂ ਪਾਤਸ਼ਾਹ ਜੀ। ਸਭ ਸੋ ਕਹਿ ਨੀਕੇ ਉਪਦੇਸ਼। ਸਾਰੀ ਸੰਗਤ ਨੂੰ ਉਪਦੇਸ਼ ਦਿੱਤਾ, ਹੌਸਲਾ ਦਿੱਤਾ, ਭਾਈ ਸਿੱਖੋ ਬਸ ਹੁਣ ਇਸ ਤੋਂ ਅੱਗੇ ਅਸੀਂ ਆਪ ਜਾਵਾਂਗੇ, ਤੁਸੀਂ ਵਾਪਸ ਚਲੇ ਜਾਓ। ਸਿਮਰਹੁ ਸਤਿਗੁਰ ਹਰਹੁ ਕਲੇਸ਼। ਗੁਰੂ ਰਾਮਦਾਸ ਮਹਾਰਾਜ ਕਿਰਪਾ ਰੱਖਣਗੇ, ਤੁਸੀਂ ਨਾਮ ਜਪਦੇ ਰਹੋ, ਸਾਰੇ ਦੁੱਖ ਕੱਟੇ ਜਾਣਗੇ। ਸਾਹਿਬ ਬੁੱਢਾ ਅਰ ਗੁਰਦਾਸ। ਭਾਈ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਇਨ ਜੁਤ ਸ੍ਰੀ ਹਰਿਗੋਬਿੰਦ ਪਾਸ। ਤੇ ਸ੍ਰੀ ਹਰਿਗੋਬਿੰਦ ਜੀ ਇਹ ਮਹਾਂਪੁਰਸ਼ਾਂ ਦੇ ਨਾਲ ਤੁਸੀਂ ਪ੍ਰੇਮ ਨਾਲ ਸਲਾਹ ਮਸ਼ਵਰਾ ਕਰਕੇ ਸਾਰੇ ਕੰਮ ਕਰਦੇ ਰਹਿਣਾ ਹੈ। ਹਾਂਜੀ। ਰਹੋ ਸਦਾ ਤਰ ਗੁਰਮਤਿ ਆਛੇ। ਮਹਾਰਾਜ ਬਾਬਾ ਬੁੱਢਾ ਜੀ ਨੂੰ ਵੀ ਕਹਿੰਦੇ, ਬਾਬਾ ਜੀ ਤੁਸੀਂ ਜ਼ਿੰਮੇਵਾਰੀ ਨਾਲ ਸਾਰਾ ਕੁਝ ਕਰਨਾ ਹੈ। ਭਾਈ ਗੁਰਦਾਸ ਜੀ ਨੂੰ ਵੀ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਤੁਸੀਂ ਵੀ ਹਰਗੋਬਿੰਦ ਦੇ ਨਾਲ ਖੜ ਕੇ ਸਾਰੇ ਕੰਮ ਕਰਨੇ ਹਨ। ਗੁਰੂ ਘਰ ਦੇ ਗੁਰਮਤਿ ਦੇ ਪ੍ਰਚਾਰ ਦੇ ਸਾਰੇ ਕਾਰਜ ਸੰਪੂਰਨ ਕਰਨੇ ਹਨ। ਹਾਂਜੀ। ਨਿਤ ਪ੍ਰਸੰਨ ਰੱਖੋ ਹਮ ਪਾਛੇ। ਸਦਾ ਹੀ ਆਪਸ ਵਿੱਚ ਰਹਿਣਾ। ਸ੍ਰੀ ਹਰਗੋਬਿੰਦ ਜੀ ਨੂੰ ਕਿਹਾ ਕਿ ਤੁਸੀਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਦੇ ਸਿਆਣੇ ਸਿੱਖਾਂ ਨੂੰ ਹਮੇਸ਼ਾ ਖੁਸ਼ ਰੱਖਣਾ, ਇਹਨਾਂ ਦੇ ਸਲਾਹ ਨਾਲ ਹੀ ਸਾਰਾ ਕੰਮ ਕਰਨਾ ਹੈ। ਹਾਂਜੀ। ਕਿਨਹੂ ਆਗਿਆ ਭੰਗ ਨਾ ਕਰਨੀ। ਕਿਸੇ ਨੇ ਵੀ ਹਰਗੋਬਿੰਦ ਸਾਹਿਬ ਦਾ ਹੁਕਮ ਨਹੀਂ ਮੋੜਨਾ, ਇਹ ਸਾਡਾ ਹੁਕਮ ਹੈ। ਤੇ ਸ੍ਰੀ ਹਰਗੋਬਿੰਦ ਜੀ ਨੂੰ ਆਖਿਆ ਵੀ ਤੁਸੀਂ ਬਾਬਾ ਬੁੱਢਾ ਜੀ ਦਾ ਹੁਕਮ ਨਹੀਂ ਮੋੜਨਾ। ਹਾਂਜੀ। ਨਿਜਮਤ ਕੀਜੈ ਇਨ ਅਨਸਰਨੀ। ਔਰ ਸ੍ਰੀ ਹਰਗੋਬਿੰਦ ਜੀ ਦੀ ਮੱਤ ਅਨੁਸਾਰ ਹੀ ਆਪਣੀ ਮੱਤ ਸਿੱਖਾਂ ਨੇ ਰੱਖਣੀ ਹੈ। ਹਾਂਜੀ। ਹਰਗੋਬਿੰਦ ਕੋ ਪੁਨਹ ਸੁਨਾਈ। ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ, ਅਦਬ ਰੱਖੋ ਨਿਤ ਬੁੱਢਾ ਭਾਈ। ਕਿ ਬੇਟਾ ਤੁਸੀਂ ਸ੍ਰੀ ਹਰਗੋਬਿੰਦ ਜੀ ਤੁਸੀਂ ਬਾਬਾ ਬੁੱਢਾ ਜੀ ਦਾ ਅਦਬ ਰੱਖਣਾ, ਬਾਬਾ ਬੁੱਢਾ ਜੀ ਦਾ ਸਤਿਕਾਰ ਰੱਖਣਾ,
ਇਹ ਬੜੇ ਪੁਰਾਤਨ ਮਹਾਂਪੁਰਸ਼ ਨੇ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਇਹਨਾਂ ਦੀ ਮਹਾਨਤਾ ਚਲੀ ਆ ਰਹੀ ਹੈ। ਇਹਨਾਂ ਦਾ ਬਚਨ ਨਹੀਂ ਮੋੜਨਾ। ਹਾਂਜੀ, ਜਿਵੇਂ ਆਗਿਆ ਦੇ ਤਾਸੇ ਰਹਿਣਾ, ਜਿਵੇਂ ਬਾਬਾ ਬੁੱਢਾ ਜੀ ਆਗਿਆ ਦੇਣ ਉਦਾਂ ਹੀ ਰਹਿਣਾ ਹੈ, ਦਾਸ ਬਣ ਕੇ, ਸੇਵਕ ਬਣ ਕੇ। ਹਾਂਜੀ, ਇਨਕੇ ਸਨਮੁਖ ਕਬ ਕਹਿਣਾ, ਇਹਨਾਂ ਦੇ ਬਰਾਬਰ, ਇਹਨਾਂ ਦੇ ਸਾਹਮਣੇ ਕੋਈ ਜਵਾਬ ਨਹੀਂ ਦੇਣਾ, ਨਾ ਨਹੀਂ ਕਰਨੀ। ਜੋ ਇਹ ਕਹਿ ਦੇਣ ਸਤ ਬਚਨ ਹੀ ਕਹਿਣਾ, ਹਾਂ ਹੀ ਕਰਨੀ ਹੈ, ਨੰਨਾ ਨਹੀਂ ਕਹਿਣਾ। ਬਾਬਾ ਬੁੱਢਾ ਜੀ ਦੇ ਬਚਨ ਮੰਨਣੇ ਆ। ਹਾਂਜੀ, ਦੋਹਰਾ ਸੁਨ ਸ਼੍ਰੀ ਅਰਜਨ ਕੇ ਬਚਨ ਬੁੱਢਾ ਆਦ ਜੇ ਦਾਸ। ਮਹਾਰਾਜ ਪੰਜਵੇਂ ਪਾਤਸ਼ਾਹ ਦੇ ਇਹ ਬਚਨ ਸੁਣ ਕੇ ਬਾਬਾ ਬੁੱਢਾ ਜੀ ਅਤੇ ਜਿਹੜੇ ਸਿੱਖ ਹੋਰ ਸਨ ਨਾਲ ਵਿਦਾ ਕਰਨ ਗਏ ਹੋਏ। ਹਾਂਜੀ, ਯੁਤ ਸ਼੍ਰੀ ਹਰਗੋਬਿੰਦ ਕੇ ਬੰਦ ਚਰਨ ਸੁਖ ਰਾਸ। ਸਾਰਿਆਂ ਨੇ ਗੁਰੂ ਮਹਾਰਾਜ ਨੂੰ ਮੱਥਾ ਟੇਕਿਆ। ਬਾਬਾ ਬੁੱਢਾ ਜੀ ਨੇ ਵੀ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਿਆ। ਗੁਰੂ ਹਰਗੋਬਿੰਦ ਸਾਹਿਬ ਨੇ ਵੀ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਿਆ। ਭਾਈ ਗੁਰਦਾਸ ਜੀ ਨੇ ਵੀ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਿਆ। ਜਿੰਨੀ ਸੰਗਤ ਸੀ ਅੰਮ੍ਰਿਤਸਰ ਦੀ, ਬੀਬੀਆਂ, ਮਾਈਆਂ, ਸਿੱਖ, ਸਾਰਿਆਂ ਨੇ ਵਾਰੀ ਵਾਰੀ ਮੱਥਾ ਟੇਕਿਆ। ਹਾਂਜੀ, ਚੌਪਈ ਬਾਰ ਬਾਰ ਕਰ ਬਿਨਾ ਕਨੇਰੀ, ਬਾਰ ਬਾਰ ਬੇਨਤੀ ਕਰਦੇ ਨੇ, ਹਿਟਬੇ ਚਹਤ ਨਹੀਂ ਤਿਸ ਬੇਰੀ। ਮਹਾਰਾਜ ਸਾਨੂੰ ਨਾਲ ਹੀ ਲੈ ਚੱਲੋ, ਪਿਛਾ ਨੂੰ ਮੁੜਨ ਨੂੰ ਜੀ ਨਹੀਂ ਕਰਦਾ ਸੰਗਤ ਦਾ। ਹਾਂਜੀ, ਸ਼੍ਰੀ ਹਰਿ ਜਨ ਕਹਿ ਕਰ ਬਹੁ ਭਾਰੀ। ਮਹਾਰਾਜ ਕਹਿੰਦੇ ਨਾ ਭਾਈ, ਹੁਣ ਤੁਸੀਂ ਵਾਪਸ ਜਾਓ। ਹਾਂਜੀ, ਬਰਬਸ ਸਭਨ ਹਟਾਏ ਪਿਸ਼ਾਰੀ। ਜ਼ਬਰਦਸਤੀ ਮਹਾਰਾਜ ਨੇ ਪਿੱਛੇ ਹਟਾਇਆ। ਸਿੱਖ ਤਾਂ ਕੋਈ ਵੀ ਪਿੱਛੇ ਹਟ ਕੇ ਰਾਜੀ ਨਹੀਂ ਸੀ। ਕਹਿੰਦੇ ਲਾਹੌਰ ਹੀ ਚੱਲਾਂਗੇ ਅਸੀਂ ਨਾਲ, ਅਸੀਂ ਗੁਰੂ ਸਾਹਿਬ ਤੁਹਾਨੂੰ ਛੱਡ ਨਹੀਂ ਸਕਦੇ। ਪਰ ਮਹਾਰਾਜ ਕਹਿੰਦੇ ਨਾ ਭਾਈ, ਅਸੀਂ ਲਾਹੌਰ ਜਿਹੜੀ ਖੇਡ ਖੇਡਣੀ ਹੈ ਉਹ ਅਸੀਂ ਇਕੱਲਿਆਂ ਨੇ ਖੇਡਣੀ, ਤੁਸੀਂ ਵਾਪਸ ਹੋ ਜਾਓ। ਏਦਾਂ ਮਹਾਰਾਜ ਸੰਗਤ ਨੂੰ ਵਾਪਸ ਕਰਕੇ ਇਕੱਲੇ ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਲੰਗਾ, ਭਾਈ ਪੁਰਾਣਾ ਤੇ ਭਾਈ ਪੈੜਾ, 5 ਗੁਰਸਿੱਖਾਂ ਨੂੰ ਲੈ ਕੇ ਪਹੁੰਚੇ ਨੇ। ਲਾਹੌਰ ਦੇ ਬਾਦਸ਼ਾਹ, ਦਿੱਲੀ ਦੇ ਬਾਦਸ਼ਾਹ, ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਨਾਲ ਮੁਲਾਕਾਤ ਕਿਵੇਂ ਹੋਈ, ਉਹ ਕਥਾ ਸਾਰੀ ਆਪਾਂ ਸੁਣਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।